ਰਾਸ਼ਟਰਪਤੀ ਜੋ ਬਾਈਡਨ ਦੇ ਸੱਤਾ ਵਿੱਚ ਆਉਣ ਮਗਰੋਂ ਸਰਹੱਦਾਂ ਉੱਪਰ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਹੈ। ਚੋਣਾਂ ਤੋਂ ਪਹਿਲਾਂ ਇਹ ਨਿਸ਼ਚਿਤ ਹੀ ਬਾਈਡਨ ਪ੍ਰਸ਼ਾਸਨ ਦੀ ਗੰਭੀਰ ਚਿੰਤਾ ਦਾ ਵਿਸ਼ਾ ਵੀ ਹੈ। ਰਾਏਸ਼ੁਮਾਰੀਆਂ ਮੁਤਾਬਕ 2/3 ਅਮਰੀਕੀ ਰਾਸ਼ਟਰਪਤੀ ਦੀ ਇਸ ਮਸਲੇ ਪ੍ਰਤੀ ਪਹੁੰਚ ਤੋਂ ਨਾਖੁਸ਼ ਹਨ। ਸੰਭਾਵਨਾ ਹੈ ਕਿ ਨਵੰਬਰ ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਹਨਾਂ ਨੂੰ ਟੱਕਰ ਦੇਣਗੇ। ਕੰਜ਼ਰਵੇਟਿਵ ਵਿਧਾਨਕਾਰਾਂ ਵਾਂਗ ਹੀ ਉਹਨਾਂ ਨੇ ਵੀ ਇਸ ਸੰਬੰਧ ਵਿੱਚ ਲਿਆਂਦੇ ਗਏ ਬਿੱਲ ਨੂੰ ਨਾਕਾਫੀ ਦੱਸਿਆ ਹੈ। ਅਜਿਹਾ ਨਹੀਂ ਹੈ ਕਿ ਵਿਰੋਧੀ ਧਿਰ ਹੀ ਇਸ ਤੋਂ ਨਾਰਾਜ਼ ਹੈ, ਸਗੋਂ ਕਈ ਸ਼ਹਿਰਾਂ ਦੇ ਉਹ ਡੈਮੋਕ੍ਰੈਟਿਕ ਮੇਅਰ ਵੀ ਨਾਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ ਜਿਨ੍ਹਾਂ ਨੂੰ ਦਿਨੋ-ਦਿਨ ਵੱਧ ਰਹੀ ਪ੍ਰਵਾਸੀਆਂ ਦੀ ਗਿਣਤੀ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਬਾਈਡਨ ਪ੍ਰਸ਼ਾਸਨ ਦੇ ਕਾਰਜਕਾਲ ਦੌਰਾਨ 63 ਲੱਖ ਤੋਂ ਜ਼ਿਆਦਾ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਹ ਗਿਣਤੀ ਉਹਨਾਂ ਤੋਂ ਪਹਿਲੇ ਰਾਸ਼ਟਰਪਤੀ ਟਰੰਪ, ਓਬਾਮਾ ਅਤੇ ਜਾਰਜ ਬੁਸ਼ ਤੋਂ ਜ਼ਿਆਦਾ ਹੈ। ਇਸ ਵਾਧੇ ਦੇ ਕਾਰਨ ਬਹੁਤ ਗੁੰਝਲਦਾਰ ਨੇ। ਇਹਨਾਂ ਵਿੱਚ ਕੁਝ ਦੀਆਂ ਜੜ੍ਹਾਂ ਮੌਜੂਦਾ ਸਰਕਾਰ ਤੋਂ ਪਹਿਲਾਂ ਦੇ ਅਤੀਤ ਵਿੱਚ ਹਨ ਤਾਂ ਕੁਝ ਉੱਪਰ ਅਮਰੀਕਾ ਦਾ ਹੀ ਕੋਈ ਵਸ ਨਹੀਂ ਹੈ। ਆਖਰ ਅਮਰੀਕਾ ਦੀ ਮੈਕਸੀਕੋ ਨਾਲ ਲੱਗਦੀ ਸਰਹੱਦ ਉੱਤੇ ਹੋ ਕੀ ਰਿਹਾ ਹੈ? ਇਸ ਸਵਾਲ ਦਾ ਜਵਾਬ ਅਸੀਂ ਮਾਹਰਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ। ਅਜਿਹਾ ਨਹੀਂ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਬਾਈਡਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ, ਸਗੋਂ ਇਹ ਤਾਂ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਆਖਰੀ ਦਿਨਾਂ ਦੌਰਾਨ ਹੀ ਵਧਣ ਲੱਗਾ ਸੀ। ਉਦੋਂ ਕੇਂਦਰੀ ਅਮਰੀਕਾ ਯਾਨੀ ਲੈਟਿਨ ਅਮਰੀਕਾ ਦਾ ਉਹ ਹਿੱਸਾ ਜਿਸ ਵਿੱਚ 7 ਦੇਸ਼ ਸ਼ਾਮਿਲ ਹਨ, ਇੱਕ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਸੀ। ਇਸ ਵਿੱਚ ਗੈਂਗ, ਹਿੰਸਾ, ਗਰੀਬੀ, ਸਿਆਸੀ ਦਬਾਅ ਅਤੇ ਕੁਦਰਤੀ ਆਪਦਾਵਾਂ ਸ਼ਾਮਿਲ ਸਨ। ਇਸ ਵਿੱਚ ਕਮੀ ਉਦੋਂ ਆਈ ਸੀ ਜਦੋਂ ਸਾਲ 2020 ਵਿੱਚ ਸਾਰੇ ਪਾਸੇ ਕਰੋਨਾ ਕਾਰਨ ਪਾਬੰਦੀਆਂ ਲਾਗੂ ਸਨ। ਉਦੋਂ ਮਾਰਚ ਤੋਂ ਅਪ੍ਰੈਲ ਦੇ ਮਹੀਨਿਆਂ ਦੌਰਾਨ ਇਸ ਰੁਝਾਨ ਵਿੱਚ 53% ਦੀ ਕਮੀ ਦੇਖਣ ਨੂੰ ਮਿਲੀ। ਜਦੋਂ ਸਾਲ 2021 ਵਿੱਚ ਕਰੋਨਾ ਦੀਆਂ ਪਾਬੰਦੀਆਂ ਜਿਵੇਂ-ਜਿਵੇਂ ਘਟਣ ਲੱਗੀਆਂ ਤਾਂ ਇਹ ਗਿਣਤੀ ਵੀ ਉਸੇ ਤਰ੍ਹਾਂ ਵਧਣ ਲੱਗੀ। ਪਿਛਲੇ ਸਾਲ ਦੇ ਆਖਰੀ ਮਹੀਨੇ ਵਿੱਚ ਇਹ ਗਿਣਤੀ ਆਪਣੇ ਰਿਕਾਰਡ ਸਿਖਰ 3,02,000 ਤੋਂ ਜ਼ਿਆਦਾ ਸੀ। ਏਰੀਅਲ ਰੂਇਜ਼ ਸੂਤੋ ਵਾਸ਼ਿੰਗਟਨ ਡੀਸੀ ਦੇ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਵਿੱਚ ਨੀਤੀ ਵਿਸ਼ਲੇਸ਼ਕ ਹਨ। ਉਹ ਦੱਸਦੇ ਨੇ ਕਿ ਜਦੋਂ ਉੱਥੇ ਅਤੇ ਸਾਰੇ ਖੇਤਰ ਵਿੱਚ ਹੀ ਆਵਾਜਾਈ ਦੀਆਂ ਬੰਦਿਸ਼ਾਂ ਸੁਖਾਲੀਆਂ ਹੋਣ ਲੱਗੀਆਂ ਤਾਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਇੱਕ ਵਾਰ ਫਿਰ ਵਾਧਾ ਦਿਸਣਾ ਸ਼ੁਰੂ ਹੋਇਆ। ਇਸ ਵਾਰ ਅਮਰੀਕਾ ਦੀ ਸਰਹੱਦ ਤੇ ਪਹੁੰਚਣ ਵਾਲੇ ਪ੍ਰਵਾਸੀਆਂ ਵਿੱਚ ਜ਼ਿਆਦਾਤਰ ਲੋਕ ਕੇਂਦਰੀ ਅਮਰੀਕੀ ਦੇਸ਼ਾਂ ਦੇ ਸਨ। ਵੈਨੇਜ਼ੁਏਲਾ ਤੋਂ ਸ਼ੁਰੂ ਹੋ ਕੇ ਇਹਨਾਂ ਵਿੱਚ ਕੋਲੰਬੀਆ, ਐਕਵਾਡੋਰ, ਪੱਛਮੀ ਅਫਰੀਕਾ, ਭਾਰਤ ਅਤੇ ਪੱਛਮੀ ਏਸ਼ੀਆ ਵਿੱਚੋਂ ਲੋਕ ਆਉਣ ਲੱਗੇ। ਹਾਲਾਂਕਿ ਅਮਰੀਕਾ ਤੋਂ ਬਾਹਰੋਂ ਆਉਣ ਵਾਲੇ ਪ੍ਰਵਾਸੀਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਚੀਨ ਤੋਂ ਆਉਣ ਵਾਲਿਆਂ ਦੀ ਹੈ। ਮੈਕਸੀਕੋ ਅਮਰੀਕਾ ਸਰਹੱਦ ਉੱਤੇ ਪ੍ਰਵਾਸੀਆਂ ਦੀ ਵਧੀ ਗਿਣਤੀ ਦਾ ਰੁਝਾਨ ਪ੍ਰਵਾਸ ਦੇ ਵਿਸ਼ਵੀ ਵਰਤਾਰੇ ਨਾਲ ਜੁੜਿਆ ਹੋਇਆ ਹੈ। ਇਹ ਉਦੋਂ ਹੋ ਰਿਹਾ ਹੈ ਜਦੋਂ ਪੂਰੀ ਦੁਨੀਆ ਵਿੱਚ ਹੀ ਪ੍ਰਵਾਸ ਦੀ ਲਹਿਰ ਚੱਲ ਰਹੀ ਹੈ। ਵਿਸ਼ਵ ਪੱਧਰ ਉੱਤੇ ਹੀ ਗਰੀਬ ਦੇਸ਼ਾਂ ਤੋਂ ਨਾਗਰਿਕ ਅਮੀਰ ਦੇਸ਼ਾਂ ਵੱਲ ਜਾ ਰਹੇ ਨੇ। ਇਹ ਗਿਣਤੀ ਪਿਛਲੇ ਸਮੇਂ ਦੌਰਾਨ ਕਾਫੀ ਵਧੀ ਹੈ। ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ ਵੱਲੋਂ ਪਿਛਲੇ ਸਾਲ ਜਾਰੀ ਅੰਕੜਿਆਂ ਮੁਤਾਬਕ ਸਾਲ 2022 ਦੌਰਾਨ 61 ਲੱਖ ਨਵੇਂ ਸਥਾਈ ਨਾਗਰਿਕ ਇਸ ਦੇ ਮੈਂਬਰ 38 ਦੇਸ਼ਾਂ ਵਿੱਚ ਚਲੇ ਗਏ। ਸਾਲ 2022 ਦੌਰਾਨ ਇਸ ਰੁਝਾਨ ਤਹਿਤ ਅਮਰੀਕਾ ਵਿੱਚ ਜਿਨ੍ਹਾਂ ਲੋਕਾਂ ਨੂੰ ਮਨੁੱਖੀ ਆਧਾਰ ਤੇ ਪਨਾਹ ਦਿੱਤੀ ਗਈ ਉਹਨਾਂ ਦੀ ਗਿਣਤੀ ਦੁੱਗਣੀ ਹੋ ਗਈ ਸੀ। ਇਸ ਮਾਮਲੇ ਵਿੱਚ ਹੁਣ ਅਮਰੀਕਾ ਜਰਮਨੀ ਤੋਂ ਬਾਅਦ ਦੂਜੇ ਨੰਬਰ ਤੇ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਾਲ 2021 ਵਿੱਚ ਹੋਈ ਸੱਤਾ ਦੀ ਤਬਦੀਲੀ ਕਾਰਨ ਵੀ ਇਸ ਰੁਝਾਨ ਨੂੰ ਹਵਾ ਮਿਲੀ ਹੈ। ਰਾਸ਼ਟਰਪਤੀ ਟਰੰਪ ਦਾ ਇੱਕ ਮੁੱਖ ਸੁਨੇਹਾ, ਜੋ ਕਿ ਭਾਵੇਂ ਸੱਚਾਈ ਨਹੀਂ ਬਣ ਸਕਿਆ, ਅਮਰੀਕੀ ਸਰਹੱਦਾਂ ਦੇ ਦੁਆਲੇ ਕੰਧ ਬਣਵਾਉਣਾ ਅਤੇ ਲੋਕਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਸੀ। ਉਹਨਾਂ ਦੇ ਕਾਰਜਕਾਲ ਦੌਰਾਨ ਪਰਿਵਾਰਾਂ ਤੋਂ ਨਿਖੇੜੇ ਬੱਚਿਆਂ ਦੀਆਂ ਖਬਰਾਂ ਸੁਰਖੀਆਂ ਵਿੱਚ ਰਹੀਆਂ। ਬਹੁਤ ਸਾਰੇ ਲੋਕਾਂ ਨੇ ਇਸ ਕਾਰਵਾਈ ਨੂੰ ਅਣਮਨੁੱਖੀ ਦੱਸ ਕੇ ਆਲੋਚਨਾ ਵੀ ਕੀਤੀ। ਰਾਸ਼ਟਰਪਤੀ ਬਾਈਡਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਨੀਤੀ ਨਰਮ ਹੋ ਗਈ। ਵਾਪਸ ਭੇਜਣ ਦੇ ਮਾਮਲਿਆਂ ਵਿੱਚ ਸਰਹੱਦੀ ਕੰਧ ਦੀ ਉਸਾਰੀ ਰੋਕ ਦਿੱਤੀ ਗਈ। ਜਿਹੜੇ ਪ੍ਰਵਾਸੀਆਂ ਦੇ ਮਾਮਲੇ ਅਮਰੀਕੀ ਅਦਾਲਤਾਂ ਵਿੱਚ ਸੁਣਵਾਈ ਅਧੀਨ ਸਨ, ਉਹਨਾਂ ਨੂੰ ਫੈਸਲੇ ਆਉਣ ਤੱਕ ਜ਼ਮਾਨਤ ਦੇ ਦਿੱਤੀ ਗਈ। ਦੱਸ ਦਈਏ ਕਿ ਅਕਸਰ ਇਸ ਪ੍ਰਕਿਰਿਆ ਵਿੱਚ ਕਈ ਸਾਲ ਲੱਗ ਜਾਂਦੇ ਨੇ। ਮਨੁੱਖੀ ਤਸਕਰ ਰਾਸ਼ਟਰਪਤੀ ਦੇ ਬਦਲਣ ਦੀ ਸਥਿਤੀ ਦਾ ਲਾਹਾ ਚੁੱਕਦੇ ਨੇ। ਉਹ ਪ੍ਰਵਾਸੀਆਂ ਵਿੱਚ ਕਾਹਲੀ ਦੀ ਭਾਵਨਾ ਪੈਦਾ ਕਰਦੇ ਨੇ ਕਿ ਉਹਨਾਂ ਨੂੰ ਹੁਣੇ ਸਰਹੱਦ ਪਾਰ ਕਰਨੀ ਚਾਹੀਦੀ ਹੈ। ਪ੍ਰਵਾਸੀ ਮਾਮਲਿਆਂ ਦੇ ਵਕੀਲ ਐਲੈਕਸ ਕੁਏਕ ਕੁਝ ਹੱਦ ਤੱਕ ਮੰਨਦੇ ਨੇ ਕਿ ਕੋਈ ਵੀ ਆ ਸਕਦਾ ਹੈ। ਉਹ ਕਹਿੰਦੇ ਨੇ ਕਿ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਵੀ ਇਹੀ ਦੱਸਿਆ ਜਾ ਰਿਹਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਇਹ ਉੱਥੇ ਆਉਣ ਦਾ ਰਾਹ ਹੈ, ਇਹ ਇੱਕ ਸੱਦੇ ਵਾਂਗ ਹੈ। ਇਸ ਤੋਂ ਉਲਟ ਕੁਝ ਪ੍ਰਵਾਸ ਦੇ ਕਾਰਕੁਨਾਂ ਨੇ ਬਾਈਡਨ ਸਰਕਾਰ ਅਤੇ ਅਮਰੀਕੀ ਵਿਧਾਨਕਾਰਾਂ ਦੀ ਕੋਈ ਅਰਥ ਭਰਪੂਰ ਕਾਨੂੰਨ ਪਾਸ ਕਰਨ ਵਿੱਚ ਨਾਕਾਮ ਰਹਿਣ ਦੀ ਆਲੋਚਨਾ ਵੀ ਕੀਤੀ। ਅਮਰੀਕੀ ਪ੍ਰਵਾਸ ਦੇ ਪ੍ਰਸੰਗ ਵਿੱਚ ਇਸ ਤੋਂ ਪਹਿਲਾਂ ਵੱਡਾ ਫੇਰ-ਬਦਲ ਲਗਭਗ 30 ਤੋਂ ਜ਼ਿਆਦਾ ਸਾਲ ਪਹਿਲਾਂ ਰਾਸ਼ਟਰਪਤੀ ਰੋਨਾਲਡ ਰੀਗਨ ਦੇ ਕਾਰਜਕਾਲ ਦੌਰਾਨ ਹੋਇਆ ਸੀ।